ਧੰਨ ਵਾਹਿਗੁਰੂ ਸਾਹਿਬ ਜੀ। ਮਹੱਲਾ ਦੂਜਾ। ਜੋ ਜੀ ਹੋਏ ਸੋ ਉਗਵੈ, ਮੋਹ ਕਾ ਕਹਿਆ ਵਾਓ। ਬੀਜੇ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ। ਮਹੱਲਾ ਦੂਜਾ। ਨਾਲ ਇਆਣੇ ਦੋਸਤੀ, ਕਦੇ ਨ ਆਵੈ ਰਾਸ। ਜਿਹਾ ਜਾਣੈ ਤਿਹੋ ਵਰਤੈ, ਵੇਖੋ ਕੋ ਨਿਰਜਾਸ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੈ ਪਾਸ। ਸਾਹਿਬ ਸੇਤੀ ਹੁਕਮ ਨਾ ਚੱਲੈ, ਕਹੀ ਬਣੈ ਅਰਦਾਸ। ਕੂੜ ਕਮਾਣੈ ਕੂੜ ਹੋਵੈ, ਨਾਨਕ ਸਿਫਤ ਵਿਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ, ਆਪ ਵਡਭਾਗੇ ਹੋ ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਪਾਵਨ ਵਿਚਾਰ 22ਵੀਂ ਪੌੜੀ ਦੇ ਨਾਲ ਜੋ ਸ਼ਲੋਕ ਦਰਜ ਨੇ ਉਹਨਾਂ ਦੀ ਵਿਚਾਰ ਚੱਲ ਰਹੀ ਹੈ। ਪਿਛਲੇ ਦਿਨਾਂ ਤੋਂ ਆਪਾਂ ਪਹਿਲਾ ਸ਼ਲੋਕ ਜਿਹੜਾ ਹੈ 22ਵੀਂ ਪੌੜੀ ਦੇ ਨਾਲ ਉਹ ਵਿਚਾਰ ਰਹੇ ਸਾਂ, ਜਿਸ ਦੇ ਅੰਦਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ, ਜੇ ਤੂੰ ਚਾਕਰ ਬਣਨਾ ਹੈ, ਨੌਕਰ ਬਣਨਾ ਹੈ, ਤੇ ਇੱਕ ਪਾਸੇ ਨੌਕਰੀ ਕਰਦਾ ਹੈ ਤੇ ਇੱਕ ਪਾਸੇ ਹੰਕਾਰ ਦੇ ਵਿੱਚ ਬੋਲ ਕਬੋਲ ਬੋਲਦਾ ਹੈ, ਝਗੜਾ ਕਰਦਾ ਹੈ, ਵਾਦ ਵਿਵਾਦ ਖੜਾ ਕਰਦਾ ਹੈ, ਫਾਲਤੂ ਗੱਲਾਂ ਕਰਦਾ ਹੈ। ਸਤਿਗੁਰੂ ਕਹਿੰਦੇ ਇੱਦਾਂ ਪਰਮਾਤਮਾ ਦੀ ਜਿਹੜੀ ਉਹ ਖੁਸ਼ੀ ਹਾਸਲ ਨਹੀਂ ਹੋ ਸਕਦੀ। ਫਿਰ ਕੀ ਕਰਾਂ? ਸਤਿਗੁਰੂ ਕਹਿਣ ਲੱਗੇ ਤੂੰ ਇਉਂ ਕਰ, ਹੰਕਾਰ ਨੂੰ ਮੈਂ ਮੇਰੀ ਨੂੰ ਛੱਡ ਕੇ ਤੇ ਪਰਮਾਤਮਾ ਦਾ ਨਾਮ ਜਪਿਆ ਕਰ, ਉਹਦੀ ਸੇਵਾ, ਉਹਦੀ ਨੌਕਰੀ ਚਾਕਰੀ ਕਰਿਆ ਕਰ। ਇਹ ਬਚਨ ਆਪਾਂ ਪਿਛਲੇ ਦਿਨਾਂ 'ਚ ਵਾਚਿਆ ਸੀ ਕਿ ਚਾਕਰ ਲੱਗੈ ਚਾਕਰੀ, ਨਾਲੇ ਗਰ ਬਵਾਦ, ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਇੱਥੋਂ ਤੱਕ ਦੀ ਵਿਚਾਰ ਆਪਾਂ ਕੱਲ੍ਹ ਸਾਂਝੀ ਕੀਤੀ ਸੀ। ਸਤਿਗੁਰੂ ਕਹਿਣ ਲੱਗੇ ਤੂੰ ਹੰਕਾਰ ਨੂੰ ਛੱਡ ਕੇ ਸੇਵਾ ਕਰ। ਅਤੇ ਮੈਨੂੰ ਯਾਦ ਹੈ ਮੈਂ ਕੱਲ੍ਹ ਕਿ ਸ਼ਾਇਦ ਪਰਸੋਂ ਇੱਕ ਉਦਾਹਰਨ ਦਿੱਤੀ ਸੀ। ਅਸੀਂ ਗੁਰਮੁਖੋ ਬਾਰਿਸ਼ ਦੇ ਵਿੱਚ ਜਾ ਰਹੇ ਹਾਂ ਨਾ, ਜੇ ਸਿਰ ਦੇ ਉੱਤੇ ਛਤਰੀ ਹੈ, ਯਾਦ ਰੱਖਿਓ ਮੀਂਹ ਜਿੰਨਾ ਮਰਜ਼ੀ ਪੈ ਜੇ ਮਨੁੱਖ ਭਿੱਜਦਾ ਨਹੀਂ। ਜੇ ਤੁਹਾਡੇ ਉੱਤੇ ਹੰਕਾਰ ਦੀ ਤਰਪਾਲ, ਹੰਕਾਰ ਦੀ ਛਤਰੀ ਹੈ ਨਾ, ਤੁਸੀਂ ਰਹਿਮਤ ਦਾ ਮੀਂਹ ਜਿਹੜਾ ਉਹ ਉਹਦਾ ਆਨੰਦ ਨਹੀਂ ਮਾਣ ਸਕੋਗੇ। ਤੁਹਾਡੇ ਉੱਤੇ ਪਰਮਾਤਮਾ ਦੀ ਰਹਿਮਤ ਦਾ ਮੀਂਹ ਨਹੀਂ ਪੈਣਾ। ਸਤਿਗੁਰੂ ਕਹਿੰਦੇ ਇਸ ਹੰਕਾਰ ਨੂੰ ਪਰੇ ਰੱਖਦੇ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਇਹ ਇਕੱਲਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਹਾ ਨਹੀਂ। ਅੱਜ ਤੱਕ ਜਿੰਨੇ ਧਾਰਮਿਕ ਗ੍ਰੰਥ ਨੇ ਜਾਂ ਅਸੀਂ ਉਹਨਾਂ ਗ੍ਰੰਥਾਂ ਤੋਂ ਬਾਅਦ ਕਿਤਾਬਾਂ ਦੇਖਦੇ ਹਾਂ, ਵਿਦਵਾਨਾਂ ਨੇ 2 ਚੌਂ ਨੂੰ ਪੜ੍ਹਿਆ ਅਤੇ ਇੱਕ ਕੋਈ ਨਾ ਕੋਈ ਕਿਤਾਬ ਲਿਖ ਦਿੱਤੀ। ਕੁਝ ਆਪਣੇ ਖਿਆਲ ਲਏ, ਕੁਝ ਇੱਧਰੋਂ ਖਿਆਲ ਲਏ, ਕਿਤਾਬ ਲਿਖ ਦਿੱਤੀ। ਇਹ ਅੰਮ੍ਰਿਤ ਬਾਣੀ ਕੁਝ ਖਿਆਲਾਂ 'ਚੋਂ ਪੈਦਾ ਨਹੀਂ ਹੋਈ, ਇਹ ਜੀਵਨ ਹੈ। ਇੱਕ ਬੜੀ ਪਿਆਰੀ ਪੰਕਤੀ ਹੈ, ਮੈਂ ਕਹਿ ਕੇ ਵਿਚਾਰ ਵੱਲ ਆਵਾਂ। ਕਹਿਣ ਲੱਗੇ ਅੰਮ੍ਰਿਤ ਬਾਣੀ ਤੱਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਪਰਮਾਤਮਾ ਦੇ ਚਰਨਾਂ 'ਚ ਜਦੋਂ ਧਿਆਨ ਜੋੜਿਆ, ਉੱਥੋਂ ਜਿਹੜਾ ਗਿਆਨ ਪ੍ਰਗਟ ਹੋਇਆ, ਉਹਦੇ ਵਿੱਚੋਂ ਇਹ ਨਿਕਲੀ ਹੋਈ ਅੰਮ੍ਰਿਤ ਬਾਣੀ ਹੈ। ਜੇ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿ ਰਹੇ ਨੇ ਨਾ ਕਿ ਭਲਿਆ ਆਪ ਗਵਾਏ ਸੇਵਾ ਕਰੇ, ਇਹਦਾ ਭਾਵ ਇਹ ਨਹੀਂ ਕਿ ਇਕੱਲਾ ਸਾਨੂੰ ਕਿਹਾ, ਸਤਿਗੁਰਾਂ ਨੇ ਕਰਕੇ ਵਿਖਾਇਆ।
गुरु अंगद देव महाराज जी का जीवन मैं कल भी कहा 7 साल गुरु नानक साहब के चरणों 'च सेवा करते हैं तो एक नहीं अनेकां साखियां ने। किते तो मनुख अपनी बुद्ध वरते पर सतगुरां ने किते बुद्ध नहीं वरती। जे गुरु नानक साहब महाराज जी पुछते हैं कि समा किन्ना कुछ होया, रात किन्नी क है, हुण इन्ना कुछ साडा दिमाग चलदा ना, असीं हिसाब ला के दस दईए इन्ना समा हो गया। कुछ गुरसिखां ने जवाब दिता महाराज इन्नी रात निकल गई, इन्नी रह गई है। पर गुरु अंगद देव महाराज जी ने इक्को जवाब दिता, दाता जिन्नी निकल गई है तेरे भाणे च निकल गई है, जिन्नी रह गई वो तेरे भाणे दे विच है, उन्होंने भी तू आप बतीत कर देना। आपा भाव बिल्कुल ही खत्म हो गया, आपा भाव कुछ नहीं रहा। एक बार गुरु नानक साहब महाराज जी के नाल बाबा श्री चंद जी झगड़न लगे, कहन लगे तुसीं सानू छड्ड के सेवक नूं इन्ना मान देंदे जे ते की असी पुत्तर नहीं, असी तुहाडी सेवा नहीं करते, असी सतसंग। ये बड़ा तगड़ा सवाल सी कि बाबा श्री चंद होनी ये गुरु साहब के चरनां 'च नहीं सी बैठते। ये जिस वेले बखेड़ा खड़ा होया तो सतगुरां ने बड़ा सौखा इहदा हल कढिया। हत्थ दे विच एक टका लिया, सतगुरां ने टका लैके हत्थ दे विच बाबा श्री चंद नूं कहण लगे पुत्तर दस की है। कहण लगे महाराज जी टका की हो गया, किहो जिहियां गल्लां करदे, जिउं जिउं बजुर्ग होई जांदे जे किहो जिहियां गल्लां करी जांदे जे। सारिਆਂ ਨੂੰ पता टका है। छोटे पुत्र ने भी कहा, कईयां होरां ने भी जवाब दिता महाराज ये सही कह रहे ने, एक टका है। जिस वेले भाई लैना जी नूं कहा तो याद रखियो बाबा लैना जी का जवाब सी, कह लगे पातशाह तेरे हत्थ दे विच की है मैं बयान ही नहीं कर सकता। तेरे हत्थ दे विच ओ रहमतां ने, तेरे हत्थ दे विच ओ दात है जिहड़ी नखिद्ध तो नखिद्ध जीव नूं चुक के परमात्मा तक मिला के रख दिंदी है। तेरे हत्थ दे विच 9 निधियां 18 सिद्धियां ने, तेरे हत्थ दे विच हर तरह की बख्शिश रहमत है। जदों ये जवाब दिता गुरु नानक साहब ने कह दिता, कह लगे ऐसे करके ही मैं लैणे नूं अगे करदा। आपा भाव बिल्कुल जे तुसीं बौद्धिक तल देखोगे तो मनुख की सियाणप ये गल कह रही वो एक टका है। जे भावना दे नाल देखोगे तो गुरु नानक के हत्थ दे विच रहमतां ने। सतगुरु कह लगे आप गवाए सेवा करे तां किश पाए, मान तां इज्जत मान तां उहदे घर दा आदर मिलना है, तां उहदे चरनां 'च थां मिलनी है। जे हंकार नूं छड्ड देवे अगे बचना। कह लगे नानक जिस नूं लगा तिस मिले, लगा सो परवान। कहन लगे इहदा आपां इहों अर्थ कर लईए जी लगा सो परवान। परवान दा अर्थ कबूल, उहिओ मनुख ही परमात्मा दे दर ते कबूल परवान होवेगा। कौन? नानक जिस नूं लगा तिस मिले। तू जिहदे नाल लगा है जे उहनूं मिल जावे, उहदे च अभेद हो जावे तां तेरी लगन जिहड़ी वो परवान है। इहदे फरीदकोटिया ने इदां अर्थ कीते ने, तेरी लगन तां परवान है। तेरा गुरु घर च आया, तेरा गुरु घर च आया सेवा सिमरन तां परवान है जे तू उहदे दर ते कबूल हो जाना है। जे परवान ही नहीं होया, साडा एक बच्चा स्कूल दे विच जांदा है, एक साल मेहनत करदा है, पास ही नहीं होया, उहदा साल बर्बाद। माँ प्यो कहिंदा है मेरे पैसे बर्बाद कीते तूं, समा बर्बाद किया। माँ भी कलप के कहिंदी है मैं उठ उठ के तेरियां परौंठियां तैयार कर करके देंदी रही तो मेरी तो तू नींद भी बर्बाद की, सारा कुछ वेस्ट। पर उहिओ बच्चा जे चंगे नंबर लै जावे, प्यो भी कहिंदा मेरी कमाई सफल है, माँ भी कहिंदी है मेरी मेहनत सफल है, बच्चा भी कहिंदा मेरी पढ़ाई सफल है। तो याद रखियो पढ़ाउण वाला टीचर भी कहिंदा कि मेरी अज मेहनत सफल है। फर्क एक दे पैना, एक पास या फेल एक नहीं होना है, पर सफलताइयां कईयां नूं मिल जांदियां ने। एक गल याद रखियो, जदों कोई जग्यासू परमात्मा दे चरनां दे विच जुड़दा है, सेवा करदा है, सिमरन करदा है, याद रखियो उहदी सेवा सिमरन जदों कबूल हो जाती है तां उहदा गुरु घर दे विच आउणा परवान है, तां सफल है। नानक जिस नूं लगा तिस मिलिया, लगा सो परवान। नहीं तो लोग तो जिहड़े ने वो ठीकरां इकट्ठियां करते रह जाते हैं। मैं बड़ी वारी कहा गुरमुखो गुरु घर नूं बिजनेस ना बनाओ, इनू वपार ना बनाओ, इनू प्यार बनाओ। असी धर्म के नाल वपार करते हैं। मैं कल भी सुखना का कॉन्सैप्ट माड़ा जिहा टच किया सी, मैनू आ दे दे तो मैं इन्ना पाठ कर लाँगा, आ दे दे कि मैं 40 दिन सेवा कर लाँगा, इन्ना इहदा साडे नाल कोई संबंध नहीं। असी डील थोड़ी करना है, इत्थे डील नहीं की जाती, इत्थे प्यार है, प्यार तो सारा कुछ कुर्बान किया जाता है। मैं एक साखी इस पंक्ति के नाल ढुकदी गुरु अंगद देव महाराज जी के जीवन की तुहाडे नाल सांझी करना चाहुंदा। नानक जिस नूं लगा तिस मिलै, लगा सो परवान। जे मनुख परमात्मा के चरनां दे विच जुड़िया होया कबूल हो गया। कबूल वो हुंदा है जिहड़ा जिहदे नाल लगा उहदे च अभेद हो जावे। ये अखरी अर्थ ने। हुण आपां इहों अर्थ कर लीए जे गुरु अंगद देव महाराज जी परवान होए ने,
गुरु नानक साहब के चरणों च उन्हां दी लगन तां ही जिहड़ी वो कबूल पई है क्योंकि उन्हां दे नाल अभेद हो गए। जिस वेले अखीरली परख हुंदी है गुरु अंगद देव महाराज जी की, इतिहास तो जानू आपां, कवि संतोख सिंह जी ने लिखिया है, जन्म साखियां वाले भी लिखते हैं, कह लगे ये उस दिन अमृत वेले जिहड़ा जदों सतगुरु अपने आसन तो बाहर निकले ना, उन्होंने एक भयानक जिहा रूप बनाया है, चंडालां जिहा वाला रूप बनाया है। तो उत्थे कुछ भी ने लिखिया जी सांसियां वाला रूप, ये सांसियां का काम हुंदा सी, उन्हां दा ये रूप सी कि मगर कुत्ते लगे फिरने, अगे पिछे भजना, हत्थ दे विच वक् वक् कित्तियां दे हिसाब नाल वरंदे होए सन। इनू हुण दूसरे पासे ना लै जाओ जात पात वल। सतगुरां ने लंबा चोला पाया, हत्थ दे विच डंडा फड़िया होया, मगर कुत्ते लग गए। संगतां वेखदियां ने सतगुरु नूं की हो गया है। तो याद रखियो जदों सतगुरां ने कोई ना कोई भेख वटाया, जदों भी सतगुरां ने कोई इहो जिहा रूप धारण किया, उदों ही समाज की झोली दे विच, संगत की झोली दे विच, लोकाई की झोली दे विच कोई ना कोई रहमत पाई। जे हरद्वार जाके उल्टे पासे नूं पानी चाढ़ते हैं, उत्थे भी कुछ ना कुछ उन्हां नूं संकेत सी। सो मैं गल नूं नेड़े रखां। सतगुरां ने धर्मशाला चों बाहर निकले, जिस वेले बाहर निकल के तुरे तो हुण संगतां मगर लग पईयां भी सतगुरां नूं की हो गया अज, मगर कुत्ते आ गए ने, सतगुरां दा अज रूप किदां दा है। ये क्योंकि एक गल याद रखियो, सतगुरु दूर दुराडियां ते गए ने, कई संगतां ने ये रूप नहीं सी वेख्या। जदों सतगुरु उदासियां तो आए ना, भेख उदासी सगल उतारा वाली गल सी, इत्थे बिल्कुल सिंपल जीवन सी। अज नवां सतगुरां ने फिर भेख धारण कीता, मगर संगतां चल पईयां, कुछ कुत्ते मगर ने भौंकदे जा रहे ने, मगर मगर संगतां ने। सतगुरां ने की कीता जी, सब तो पहलां उत्थे जन्म साखी वाला कहिंदा कि सतगुरां ने जिहड़ा वो पैसिਆਂ की बरखा की, पैसे सुट दिते पिछां नूं। हुण जिन्ना जिन्ना जिहदे नाल संबंध से उन्ना उन्ना वो जुड़िया रहा। कईयां नूं सिला महाराज ने तो पैसे सुट्टे ने, साडे मन च हुंदा जदों मैं साखी वाची, मेरे मन च है कईयां ने तो घर पोटली च बन्न के साਂਭ लिआउंदे, जिवें सानूं भी किते थां तो पैसे मिलण असीं साਂਭ लैने जी, गुरु घर दी इह च बरकत पवेगी। मैनूं याद है मैं जदों लुधियाने की धरती से आलमगीर उत्थे सरोवर की सेवा आई, उस सरोवर चों कुछ पैसे निकले, मैं भी साਂਭ के रखे, अजे तक मेरे बड़ूए च पए ने। कुछ यादां हो जांदियां ने, कुछ मन च ये वहम भी पै जांदा कि साਂਭ के रख लईए, पता नहीं की बरकत पैनी है। वो सतगुरां ने पैसे सुट्टे, हुण जिन्हां दा माया दे नाल संबंध सी उन्हां ने पैसे चुक लए। सतगुरु थोड़े गांह गए, सारे ने पिछे हटे। फिर सतगुरां ने जिहड़ा है सोने दीयां मोहरां सुट्टदे ने, मोहरां लैके जिन्हां दा मोहरां दे नाल सी वो मोहरां लैके वापस आ गए। तीसरी बरखा सतगुरां ने हीरियां दी कीती, हीरे चुकण वाले हीरे लैके चुक के आ गए। जिहड़े कुछ रह गए, कुछ नूं कुत्ते पवाते ते कुछ नूं गुरु नानक साहब ने डांगां दे नाल भजा दिता। जिस वेले सारे भज गए तो दो मगर रह गए, एक रह गए बाबा बुढ़ा साहब जी, एक रह गए भाई लहना जी। जिस वेले बाबा बुढ़ा साहब जी रहे तो बाबा बुढ़ा साहब के दिवाले होए, डंडा मारिया बाबा बुढ़ा साहब जी के फाड़ करदा लक च, बाबा बुढ़ा साहब जी उत्थे ठमर गए। सतगुरु कहते तू मेरे पिछे आण के की लैना है, तू चलिया जा। सतगुरु कित्थे जावां, मैं तुहानूं छड्ड के नहीं जा सकदा, किते अखों उल्ले नहीं कर सकदा। उत्थे बाबा बुढ़ा साहब नूं गुरु नानक साहब ने वर दिता सी, कह लगे बाबा जी इत्थों चले जाओ तुसी, मैं वादा करदा हाँ बुढ़िया ते इत्थों उल्ले कदे ना होसां। याद रखियो 6 पातशाहियां तक बाबा बुढ़ा साहब गुरु घर दियां रहमतां माणीਆਂ। जदों भी इहो जी कौम ते भीड़ पई, बाबा बुढ़ा साहब ने प्रतख प्रगट कर दिता गुरु साहब इत्थे ने। ये वार मिलिया होया सी गुरु नानक साहब दे कोलों बाबा बुढ़ा साहब दा, ये इदों वार मिलिया होया है बुढ़िया तो इत्थों उल्ले कदे ना होसां। बाबा बुढ़ा साहब भी चले गए। संतोख सिंह हुणी लिखते हैं कि वो रुख दे मगर जा लोके भाई लैना जी रह गए। भाई लैना जी दे भी डंडा मारिया, भाई लैना जी खलोते रहे। सतगुरु कहने लगे हुण तैनूं की है, तू क्यों नहीं जाता। बड़े क्रोधित दे सुभाਅ दे विच, क्योंकि रूप उहो जिहा ध्यान धारण कीता सी ना, तू क्यों नहीं जाता। सतगुरु मैं कित्थे जावां, कहंदे मैनूं की पुछदा तू कित्थे जाना है, जा अपने घर दे विच। बड़ा सोहना जवाब दिता भाई लैने ने, कहन लगे दाता जिन्हां दा घर सी वो घर नूं चले गए, मेरा घर ही कोई नहीं, मैं कित्थे जावां। मेरा घर कोई नहीं, मेरी थां ही तेरे चरण ने, मेरा घर ही तू है, तैनूं छड्ड के कित्थे जावां। जदों इन्नी गल भाई लैना जी ने गई, गुरु नानक साहब ने कुट के सीने दे नाल लाया, कहन लगे लैणिया जे तेरे वास्ते कोई घर नहीं, गुरु नानक ही तेरा घर है। मैं भी शरीर बदल नूं फिरदा, मैं भी घर बदल नूं फिरदा, मेरे कोल भी कोई घर नहीं सी, अज तो नानक दा घर तेरा घर होवेगा। आखिर गुरु नानक साहब ने सीने दे नाल लाया ते कहन लगे
ਅੱਜ ਜੇ ਤੂੰ ਨਹੀਂ ਵਾਪਸ ਜਾਣਾ ਸਾਡੇ ਬਚਨ ਮੰਨ, ਆ ਮੁਰਦਾ ਖਾ। ਤੇ ਜਿਸ ਵੇਲੇ ਉਹ ਵੇਖਿਆ ਥੱਲੇ ਮੁਰਦੇ ਦੀ ਸ਼ੇਪ ਦੇ ਵਿੱਚ ਕੁਝ ਪਿਆ, ਉੱਤੇ ਵਾਈਟ ਚਿੱਟਾ ਕੱਪੜਾ ਪਿਆ ਹੋਇਆ ਹੈ। ਭਾਈ ਲਹਿਣਾ ਜੀ ਉਹ ਪਰਿਕਰਮਾ ਕਰਦੇ, ਗੋਲ ਗੋਲ ਘੁੰਮਦੇ। ਸਤਿਗੁਰੂ ਕਹਿੰਦੇ ਤੈਨੂੰ ਕਿਹਾ ਖਾ, ਤੂੰ ਘੁੰਮਣ ਲੱਗ ਪਿਆ ਹੈ। ਕਹਿਣ ਲੱਗਾ ਪਾਤਸ਼ਾਹ ਮੈਂ ਹੁਕਮ ਦੀ ਇੰਤਜ਼ਾਰ ਕਰ ਰਿਹਾ, ਕਿਹੜੇ ਪਾਸਿਓਂ ਖਾਵਾਂ। ਸਤਿਗੁਰੂ ਕਹਿ ਲਗੇ ਪੈਰਾਂ ਵੱਲੋਂ ਖਾ। ਜਦੋਂ ਪੈਰਾਂ ਵਾਲੇ ਪਾਸਿਓਂ ਕੱਪੜਾ ਚੁੱਕਿਆ ਤਾਂ ਥੱਲੇ ਕੜਾਹ ਪ੍ਰਸ਼ਾਦੀ ਦੇਖ ਸੀ। ਇਹਦਾ ਭਾਵ ਸੀ ਕਿ ਭਲਿਆ ਜੇ ਤੂੰ ਨੀਵਾਂ ਰਵੇਂਗਾ ਤੇ ਉਹਨੂੰ ਜਿਹੜੀ ਹੈ ਮਿਠਾਸ ਹੀ ਲੱਗਦੀ ਹੈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਯਾਦ ਰੱਖਿਓ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਘੁੱਟ ਕੇ ਸੀਨੇ ਦੇ ਨਾਲ ਲਾਇਆ, ਲਹਿਣਾ ਲਹਿਣਾ ਨਹੀਂ ਰਿਹਾ। ਲਹਿਣਾ ਜਿਹੜਾ ਸੀ ਗੁਰੂ ਨਾਨਕ ਸਾਹਿਬ ਦੇ ਨਾਲ ਜੁੜ ਕੇ ਅੰਗਦ ਬਣ ਗਿਆ। ਲਹਿਣੀ ਪਾਏ ਲਹਿਣੇ ਪਾਈ ਨਾਨਕੋ। ਗੁਰੂ ਨਾਨਕ ਸਾਹਿਬ ਦੇ ਕੋਲੋਂ ਉਹ ਜਾਤ ਜਿਹੜੀ ਜੋਤ ਸੀ ਇਲਾਹੀ ਉਹ ਪ੍ਰਾਪਤ ਕਰ ਲਈ। ਕਿਵੇਂ ਪ੍ਰਾਪਤ ਕਰ ਲਈ? ਅੱਜ ਇੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿ ਰਹੇ ਨੇ, ਮਨੂੰ ਆਪਣਾ ਦੱਸ ਰਹੇ। ਕਹਿ ਲਗੇ ਨਾਨਕ ਜਿਸ ਨੂੰ ਲੱਗਾ, ਜਿਸ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ 32 ਦੇ ਵਿੱਚ ਜੁੜੇ ਸਨ 1532 ਦੇ ਵਿੱਚ, ਤਿਸ ਮਿਲਿਆ ਅੱਜ ਉਸ ਗੁਰੂ ਨਾਨਕ ਦਾ ਰੂਪ ਹੋ ਕੇ ਰਹਿ ਗਏ। ਜਿਸ ਵੇਲੇ ਗੁਰੂ ਨਾਨਕ ਸਾਹਿਬ ਨੇ ਜੋਤ ਦੇ ਅੱਗੇ ਜਿਹੜਾ ਸੀ ਨਮਸਕਾਰ ਕਰ ਦਿੱਤੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਤੇ ਯਾਦ ਰੱਖਿਓ ਜਿਹੜਾ ਛਤਰ ਗੁਰੂ ਨਾਨਕ ਸਾਹਿਬ ਦੇ ਸੀਸ ਤੇ ਸੀ ਉਹੀ ਉਹ ਛਤਰ ਹੁਣ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸੀਸ ਤੇ ਆ ਗਿਆ। ਨਾਨਕ ਜਿਸ ਨੂੰ ਲੱਗਾ ਤਿਸ ਮਿਲਿਆ। ਇੱਕ ਮੇਕ ਹੋ ਗਏ, ਕੋਈ ਭੇਦ ਨਹੀਂ ਰਹਿ ਗਿਆ। ਜੋਤ ਉਹਾ ਜੁਗਤ ਸਾਏ ਸ਼ੈ ਕਾਇਆ ਫਿਰ ਪਲਟੀ ਹੈ। ਕਾਇਆ ਬਦਲੀ ਗਈ, ਜੋਤ ਉਹੀ ਹੋਈ ਹੈ। ਇੱਕ ਮੇਕ ਹੋ ਗਿਆ, ਪਤਾ ਨਹੀਂ ਸੀ ਲੱਗਦਾ ਗੁਰੂ ਨਾਨਕ ਕੌਣ ਹੈ ਤੇ ਗੁਰੂ ਅੰਗਦ ਕੌਣ ਹੈ। ਜੋਤ ਉਹਾ ਜੁਗਤ ਸਾਏ ਸ਼ੈ ਕਾਇਆ ਫਿਰ ਪਲਟੀ ਹੈ। ਇੱਥੇ ਸਤਿਗੁਰੂ ਕਹਿ ਲਗੇ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ। ਲੱਗਾ ਸੋ ਪ੍ਰਵਾਨ। ਭਾਈ ਲਹਿਣਾ ਜੀ ਦੀ ਘਾਲ ਕਮਾਈ ਕਬੂਲ ਹੋ ਗਈ। ਉਹ ਪ੍ਰਵਾਨ ਹੋ ਗਏ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ। ਕਿਉਂ? ਕਿਉਂਕਿ ਜਿਸ ਦਾਤੇ ਦੇ ਚਰਨਾਂ ਦੇ ਵਿੱਚ ਜੁੜੇ ਨੇ ਉਸ ਦਾਤੇ ਦੇ ਵਿੱਚ ਇੰਨਾ ਕਹਾਉ ਮੈਨੂੰ ਖਤਮ ਕਰ ਦਿੱਤਾ ਕਿ ਆਪਾ ਭਾਵ ਮਿਟਾ ਦਿੱਤਾ। ਆਪਾ ਭਾਵ ਮਿਟਾਵਾਂਗੇ ਤੇ ਤਾਂ ਹੀ ਰੰਗਤ ਚੜ੍ਹਦੀ ਹੈ ਗੁਰਮੁਖੋ। ਪਾਣੀ ਹੈ, ਪਾਣੀ ਦਾ ਆਪਣਾ ਰੰਗ ਕੋਈ ਨਹੀਂ ਹੁੰਦਾ। ਹਾਂ, ਪਾਣੀ ਆਪਣਾ ਪ੍ਰਭਾਵ ਛੱਡਦਾ, ਉਹ ਹਰਿਆ ਰੰਗ ਹੁੰਦਾ ਹੈ। ਪਾਣੀ ਦਾ ਆਪਣਾ ਕੋਈ ਰੰਗ ਨਹੀਂ, ਉਹਦੇ 'ਚ ਜਿਹੋ ਜਿਹਾ ਰੰਗ ਪਾਓਗੇ ਉਹ ਉਹੋ ਜਿਹਾ ਰੰਗ ਧਾਰਨ ਕਰ ਜਾਂਦਾ ਹੈ। ਜੇ ਤੁਸੀਂ ਆਪਣੀ ਹੋਂਦ ਰੱਖੋਗੇ ਹਰੇਕ ਚੀਜ਼ ਦੇ ਨਾਲ ਮਿਕਸ ਨਹੀਂ ਹੁੰਦੇ। ਪਰ ਯਾਦ ਰੱਖਿਓ ਜਦੋਂ ਤੁਸੀਂ ਆਪਣੇ ਆਪ ਨੂੰ ਬਿਲਕੁਲ ਖਾਲੀ ਕਰ ਦਿਓਗੇ ਨਾ ਹਉਮੈ ਤੋਂ, ਉਦੋਂ ਫਿਰ ਜਿਹੜਾ ਵੀ ਆਉਂਦਾ ਹੈ ਮਨੁੱਖ ਉਹਦੀ ਰੰਗਤ ਦੇ ਵਿੱਚ ਰੰਗਿਆ ਜਾਂਦਾ ਹੈ। ਰੰਗਣ ਵਾਲਾ ਹੀ ਜਿਹੜਾ ਉਹਦਾ ਰੂਪ ਹੋ ਜਾਂਦਾ ਹੈ। ਸਤਿਗੁਰੂ ਕਹਿ ਲਗੇ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ। ਲੱਗਾ ਸੋ ਪ੍ਰਵਾਨ। ਅੱਗੇ ਦੂਸਰਾ ਸ਼ਲੋਕ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ, ਮਹੱਲਾ ਦੂਜਾ। ਸਤਿਗੁਰੂ ਕਹਿ ਲਗੇ ਇਹ ਤੇ ਗੱਲ ਪੱਕੀ ਹੈ, ਜਿਹਦੇ ਨਾਲ ਜੁੜਿਆ ਹੋਇਆ ਉਹੋ ਜਿਹਾ ਬਣ ਜਾਵੇਗਾ। ਪਰ ਇੱਕ ਗੱਲ ਯਾਦ ਰੱਖੀ, ਬਣੇਗਾ ਤਾਂ ਜੇ ਅੰਦਰੋਂ ਤੇਰੀ ਨੀਅਤ ਹੋਵੇਗੀ, ਜੇ ਅੰਦਰੋਂ ਨੀਅਤ ਰਾਸ ਹੈ। ਹੁਣ ਕਈ ਵਾਰੀ ਕੀ ਹੁੰਦਾ ਹੈ ਕਿ ਮਨੁੱਖ ਬਾਹਰੋਂ ਤੇ ਸਰੀਰਕ ਤੌਰ ਤੇ ਗੁਰੂ ਘਰ ਦੇ ਵਿੱਚ ਜੁੜਿਆ ਹੋਇਆ ਹੈ, ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜੁੜਿਆ ਹੈ, ਪਰ ਅੰਦਰ ਦੀ ਨੀਅਤ ਜਿਹੜੀ ਹੈ ਉਹ ਖੋਟੀ ਹੈ। ਅੰਦਰ ਦਾ ਮਨ ਗੁਰੂ ਦੇ ਚਰਨਾਂ 'ਚ ਭਿੱਜਿਆ ਨਹੀਂ। ਅੰਦਰ ਕਹਿੰਦਾ ਬਾਬਾ ਜੇ ਤੂੰ ਕੰਮ ਨਾ ਬਣਾਇਆ ਮੈਂ ਦੂਸਰੇ ਪਾਸੇ ਨੂੰ ਚਲੇ ਜਾਣਾ, ਉਧਰ ਵਾਲੇ ਦੇ ਬੜੇ ਕੰਮ ਬਣਦੇ ਨੇ। ਸਤਿਗੁਰੂ ਜੀ ਅੱਗੇ ਸ਼ਲੋਕ 'ਚ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਜੋ ਜੀ ਹੋਏ ਸੋ ਉਗਵੈ। ਜੀ ਦਾ ਅਰਥ ਹੈ ਜਿੰਦ ਦੇ ਵਿੱਚ, ਜੋ ਤੇਰੇ ਅੰਦਰ ਹੈ, ਜੋ ਤੇਰੇ ਅੰਦਰ ਪਿਆ ਹੈ ਨਾ ਸੋ ਉਗਵੈ, ਉਹੀ ਪ੍ਰਗਟ ਹੋਵੇਗਾ। ਇੱਕ ਗੱਲ ਯਾਦ ਰੱਖੀ, ਜੋ ਜੀ ਹੋਏ ਸੋ ਉਗਵੈ। ਮੋਹ ਕਾ ਕਹਿਆ ਵਾਓ। ਵਾਓ ਦਾ ਅਰਥ ਹੈ ਪਾਉਣ ਹਵਾ, ਭਾਵ ਅਰਥ ਕਰਾਂਗੇ ਵਿਅਰਥ। ਵਾਓ ਦੇ ਅਰਥ ਨਾ ਕਈ ਥਾਵਾਂ ਤੇ ਵਿਅਰਥ ਦੇ ਰੂਪ ਦੇ ਵਿੱਚ ਆਏ ਨੇ। ਕਹਿਣ ਲੱਗੇ ਜੋ ਤੇਰੇ ਜਿੰਦ ਦੇ ਵਿੱਚ, ਜੋ ਤੇਰੇ ਹਿਰਦੇ ਦੇ ਵਿੱਚ ਨਾ ਉਹਨੇ ਪ੍ਰਗਟ ਹੋਣਾ ਹੈ। ਹੁਣ ਮਨੁੱਖ ਕੀ ਕਰਦਾ ਹੈ? ਕਿਸੇ ਨੂੰ ਕੌੜੇ ਬੋਲ ਬੈਠਦਾ ਹੈ। ਜਦੋਂ ਕੜੱਤਣ ਭਰੇ ਬੋਲ ਬੋਲੇ ਜਾਂਦੇ ਨੇ ਫਿਰ ਮਾਫੀਆ ਮੰਗਦਾ, ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਮੈਂ ਕਹਿ ਨਹੀਂ ਸੀ ਸਕਦਾ, ਪਤਾ ਨਹੀਂ ਕਿੱਦਾਂ ਮੇਰੇ ਮੂੰਹ ਨੇ ਇਹੋ ਜਿਹੇ ਅਸੀਂ ਸ਼ਬਦ ਵਰਤਦੇ ਹਾਂ। ਸਤਿਗੁਰੂ ਕਹਿੰਦੇ ਝੂਠ ਬੋਲਦਾ ਹੈ। ਮੋਹ ਕਾ ਕਹਿਆ ਵਾਓ। ਹੁਣ ਤੂੰ ਪਹਿਲਾਂ ਕੂੜ ਬੋਲ ਕੇ ਉਹਨੂੰ ਪ੍ਰਗਟ ਕਰ ਦਿੱਤਾ, ਹੁਣ ਉਹਨੂੰ ਢੱਕਣ ਵਾਸਤੇ ਹੋਰ ਕੂੜ ਉੱਤੇ ਬੋਲਦਾ। ਇਹ ਤਾਂ ਮੋਹ ਕਾ ਕਹਿਆ ਵਾਓ, ਇਹ ਤੇ ਵਿਅਰਥ ਹੈ ਜਿਹੜੀਆਂ ਦਲੀਲਾਂ ਦੇਈ ਜਾਣਾ। ਸੱਚਾਈ ਇਹ ਸੀ ਜੇ ਤੇਰੇ ਅੰਦਰ ਕ੍ਰੋਧ ਸੀ ਤੇ ਕ੍ਰੋਧ ਪ੍ਰਗਟ ਹੋ ਗਿਆ, ਜੇ ਤੇਰੇ ਅੰਦਰ ਪਿਆਰ ਸੀ ਤੇ ਪਿਆਰ ਪ੍ਰਗਟ ਹੋ ਗਿਆ। ਯਾਦ ਰੱਖਿਓ ਜੋ ਸਾਡੇ ਅੰਦਰ ਹੈ ਉਹ ਪ੍ਰਗਟ ਹੋਵੇਗਾ। ਇੱਕ ਉਦਾਹਰਨ ਦੇ ਦੇਣਾ, ਅਸੀਂ ਗੁਰੂ ਘਰ ਤੇ ਲੰਗਰਾਂ 'ਚ ਜਾਂਦੇ ਹਾਂ ਨਾ, ਲੰਗਰ 'ਚ ਇੱਕ ਕੇਤਲੀ ਹੁੰਦੀ ਹੈ ਸਿਲਵਰ ਦੀ, ਤੁਸੀਂ ਵੇਖੀ ਹੋਣੀ ਹੈ। ਉਹ ਕੇਤਲੀ ਦੇ ਵਿੱਚ ਚਾਹ ਵੀ ਪੈਂਦੀ ਜੇ, ਉਸ ਕੇਤਲੀ ਦੇ ਵਿੱਚ ਪਾਣੀ ਵੀ ਪੈਂਦਾ ਹੈ। ਦੂਰੋਂ ਪਈ ਹੋਈ ਕੇਤਲੀ ਜੇ ਕੋਈ ਆਖੇ ਜੀ ਇਹਦੇ 'ਚ ਪਾਣੀ ਹੈ, ਤੁਸੀਂ ਮੰਨ ਸਕਦੇ ਜੇ ਪਾਣੀ, ਉਹ ਕਿਹੜਾ ਨਜ਼ਰ ਆਉਂਦਾ ਹਾਂ ਵੀ ਪਾਣੀ ਹੋਵੇਗਾ। ਕੋਈ ਕਹਿ ਸਕਦਾ ਇਹਦੇ 'ਚ ਚਾਹ ਹੈ, ਇਹਦੇ 'ਚ ਦੁੱਧ ਹੈ, ਤੁਸੀਂ ਮੰਨ ਸਕਦੇ ਜੇ। ਪਰ ਯਾਦ ਰੱਖਿਓ ਕਹਿਣ ਦੇ ਨਾਲ ਕੁਛ ਨਹੀਂ ਬਣਦਾ। ਜਦੋਂ ਕੇਤਲੀ ਨੂੰ ਥੋੜ੍ਹੀ ਜਿਹੀ ਟੇਢੀ ਕਰੋਗੇ, ਉਹਦੇ ਮੂੰਹ ਬਣਿਆ ਹੁੰਦਾ ਨਾ ਉੱਪਰੋਂ,
ਉਹਦੇ ਮੂੰਹ ਦੇ ਵਿੱਚੋਂ ਉਹੀਓ ਨਿਕਲਣਾ ਜੋ ਕੇਤਲੀ ਦੇ ਵਿੱਚ ਪਿਆ ਹੋਇਆ ਹੈ। ਜੇ ਤੇਰੇ ਹਿਰਦੇ ਦੇ ਵਿੱਚ ਈਰਖਾ ਭਰੀ ਹੋਈ ਹੈ, ਯਾਦ ਰੱਖੀ ਅੰਦਰੋਂ ਈਰਖਾ ਹੀ ਨਿਕਲੇਗੀ। ਜੇ ਤੇਰੇ ਹਿਰਦੇ ਦੇ ਵਿੱਚ ਕੂੜ ਕਪਟ ਪਿਆ ਹੋਇਆ ਤੇ ਤੇਰੇ ਹਿਰਦੇ ਦੇ ਵਿੱਚ ਉਹੀਓ ਨਿਕਲਣਾ। ਇਹ ਉੱਤੇ ਲੇਪਣ ਕਰਦੇ ਨੇ ਅਸੀਂ ਸ਼ਬਦਾਂ ਦਾ। ਇੱਕ ਗੱਲ ਚੇਤਾ ਰੱਖਿਓ, ਇਹ ਸ਼ਬਦ ਬਣਦੇ ਕਿੱਥੇ ਨੇ? ਸਭ ਤੋਂ ਪਹਿਲਾਂ ਸਾਡੀ ਨਾਭੀ ਦੇ ਵਿੱਚ ਖਿਆਲ ਪੈਦਾ ਹੁੰਦੇ ਨੇ, ਨਾਭੀ ਤੋਂ ਹਿਰਦੇ 'ਚ ਆਉਂਦੇ ਨੇ, ਹਿਰਦੇ ਦੇ ਵਿੱਚੋਂ ਕੰਠ 'ਚ ਆਉਂਦੇ ਨੇ, ਕੰਠ ਤੋਂ ਫਿਰ ਜ਼ੁਬਾਨ 'ਤੇ ਆ ਜਾਂਦੇ ਨੇ। ਹੁਣ ਸਾਡਾ ਹਿਰਦਾ ਹੀ ਕੂੜ ਦੇ ਨਾਲ ਭਰਿਆ ਹੈ। ਇਹਨੂੰ ਮੈਂ ਥੋੜ੍ਹਾ ਜਿਹਾ ਹੋਰ ਸੌਖਾ ਸਮਝਾ ਦਿੰਦਾ। ਅਸੀਂ ਕਿਸੇ ਨਾਲ ਲੜਦੇ, ਅਸੀਂ ਕਹਿ ਦਿੰਦੇ ਜੀ ਮੈਂ ਨਹੀਂ ਸੀ ਕਹਿਣਾ ਚਾਹੁੰਦਾ, ਪਤਾ ਨਹੀਂ ਗੱਲ ਕਿੱਥੋਂ ਨਿਕਲ ਆਈ। ਜਿਹੜਾ ਮੇਰੇ ਵਰਗਾ ਅਨਪੜ੍ਹ ਬੰਦਾ ਪੰਜਾਬੀ ਬੋਲਦਾ, ਕਦੀ ਅੰਗਰੇਜ਼ੀ 'ਚ ਗਾਲਾਂ ਕੱਢਦਾ ਸੁਣਿਆ? ਨਹੀਂ ਸੁਣੋ। ਉਹਨੂੰ ਪਤਾ ਜਿਹੜੀ ਚੀਜ਼ ਨੌਲੇਜ ਨਹੀਂ ਉਹ ਨਹੀਂ ਨਿਕਲਣੀ ਅੰਦਰੋਂ। ਜੇ ਅੰਦਰ ਅੰਗਰੇਜ਼ੀ ਨਹੀਂ ਗਈ ਨਾ, ਦੂਸਰੀ ਭਾਸ਼ਾ ਨਹੀਂ ਗਈ, ਉਹ ਨਹੀਂ ਪ੍ਰਗਟ ਹੋਣੀ। ਜੇ ਅੱਜ ਤੂੰ ਰਸਨਾ ਤੋਂ ਫਿੱਕਾ ਬੋਲ ਰਿਹਾ, ਗਾਲੀ ਗਲੋਚ ਕਰ ਰਿਹਾ, ਇਹਦੇ ਮਤਲਬ ਤੇਰੇ ਅੰਦਰ ਕਿਤੇ ਨਾ ਕਿਤੇ ਪਿਆਸ ਸੀ, ਉਹੀ ਉਹ ਪ੍ਰਗਟ ਹੋਇਆ ਹੈ। ਇਹ ਬਾਹਰੋਂ ਨਹੀਂ, ਕਿਤੇ ਉਹ ਮੂੰਹ ਤੋਂ ਨਹੀਂ ਆਇਆ, ਇਹ ਤੇਰੇ ਅੰਦਰ ਪਹਿਲਾਂ ਕਿਤੇ ਨਾ ਕਿਤੇ ਪਿਆ ਹੋਇਆ ਹੈ। ਇਹਨੂੰ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਇੱਕ ਗੱਲ ਯਾਦ ਰੱਖੀ। ਚਲੋ ਆਪਾਂ ਪਹਿਲਾਂ ਸ਼ਲੋਕ ਪੂਰਾ ਕਰ ਲਈਏ, ਫਿਰ ਇਹਦੀ ਵਿਆਖਿਆ ਕਰ ਲੈਂਦੇ ਹਾਂ। ਜੋ ਜੀ ਹੋਏ ਸੋ ਉਗਵੈ, ਮੋਹ ਕਾ ਕਹਿਆ ਵਾਓ, ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ। ਨਿਆਓ ਦਾ ਕਹਿੰਦੇ ਇਨਸਾਫ। ਕਹਿੰਦੇ ਆਹ ਕਿਹੋ ਜਿਹਾ ਇਨਸਾਫ ਹੈ ਤੁਹਾਡਾ? ਬੀਜਦਾ ਤੂੰ ਜ਼ਹਿਰ ਪਿਆ ਹੈ, ਮੰਗਦਾ ਤੂੰ ਅੰਮ੍ਰਿਤ ਪਿਆ ਹੈ। ਯਾਦ ਰੱਖੀ ਜੋ ਬੀਜੇਗਾ ਉਹੀਓ ਨਿਕਲਣਾ, ਜੋ ਤੇਰੇ ਹਿਰਦੇ ਦੇ ਵਿੱਚ ਉਹੀਓ ਤੇਰੇ ਮੂੰਹ ਤੋਂ ਨਿਕਲਣਾ। ਕਈ ਵਾਰੀ ਮਨੁੱਖ ਬਾਹਰੀ ਸਾਫ਼ ਕੱਪੜੇ ਪਾ ਕੇ, ਪਹਿਰਾਵਾ ਪਾ ਕੇ, ਭੇਖ ਬਣਾ ਕੇ ਲੋਕਾਂ ਨੂੰ ਠੱਗਣ ਦਾ ਯਤਨ ਕਰਦਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਤੇਰੀਆਂ ਗੱਲਾਂ ਦੇ ਨਾਲ ਲੋਕ ਪ੍ਰਭਾਵਿਤ ਹੋ ਸਕਦੇ ਨੇ। ਅੱਜ ਦਾ ਜਿਹੜਾ ਮਾਹੌਲ ਹੈ ਨਾ ਗੁਰਮੁਖੋ, ਪੁਰਾਣੇ ਸਮਿਆਂ 'ਚ ਜਿਹੜਾ ਹੀਰੋ ਕੋਈ ਐਕਟਰ ਬਣਦਾ ਸੀ ਨਾ, ਬੜੀ ਮਿਹਨਤ ਕਰਨੀ ਪੈਂਦੀ ਸੀ ਉਹਨੂੰ। ਅੱਜ ਤੇ ਹਰ ਮਨੁੱਖ ਐਕਟਿੰਗ ਕਰਦਾ ਪਿਆ। ਬੱਚੇ ਐਕਟਿੰਗ ਕਰੀ ਨੂੰ ਮਾਂ ਪਿਓ ਨੂੰ ਜਿਹੜੇ ਨੇ ਉਹ ਦਾਲ ਆ ਜਾਂਦੇ ਨੇ। ਅਸੀਂ ਭੈਣ ਭਰਾਵਾਂ ਦੇ ਵਿੱਚ, ਯਾਰੀ ਦੋਸਤੀ ਦੇ ਵਿੱਚ, ਹਰ ਥਾਂ ਦੇ ਉੱਤੇ ਐਕਟਿੰਗ ਦੇ ਨਾਲ ਕਿਸੇ ਨੂੰ ਭਰਮਾ ਦਿੰਦੇ ਹਾਂ। ਮੈਂ ਬੜੀ ਵਾਰੀ ਵੇਖੇ ਨੇ ਉਹ ਲੋਕ ਅੰਦਰ ਕੂੜ ਹੈ, ਬਾਹਰੋਂ ਮਗਰਮੱਛ ਦੇ ਹੰਝੂ ਰੋਕ ਕੇ ਆਪਣਾ ਕੰਮ ਕਢਾ ਜਾਂਦੇ ਨੇ। ਅਸੀਂ ਇੱਕ ਪੰਜਾਬੀਆਂ ਦੀ ਮੁਸ਼ਕਿਲ ਬੜੀ ਤਗੜੀ ਹੈ, ਇਮੋਸ਼ਨਲ ਬੜੀ ਛੇਤੀ ਅਸੀਂ ਹੁੰਦੇ ਹਾਂ। ਕਿਸੇ ਨੇ ਮਾੜਾ ਜਿਹਾ ਕਹਿ ਦਿੱਤਾ ਕਿ ਮੈਂ ਮਰ ਗਿਆ, ਫੱਟ ਨਾਲ ਹੀ ਕੰਮ ਕਰ ਦਿੰਦੇ ਹਾਂ। ਪਰ ਬਾਣੀ ਨੇ ਕਿਹਾ ਜੋ ਵੀ ਕਰਨਾ ਨਾ ਸੋਚ ਸਮਝ ਕੇ ਕਰੀ। ਇੱਕ ਮੈਂ ਤੁਹਾਨੂੰ ਨੁਕਤਾ ਦੇ ਦੇਣਾ, ਤੁਹਾਡੇ ਕੰਮ ਆਵੇਗਾ। ਜ਼ਿੰਦਗੀ ਦੇ ਵਿੱਚ ਕਦੀ ਵੀ ਇੱਕ ਤੇ ਗੁੱਸੇ ਦੇ ਵਿੱਚ ਫੈਸਲਾ ਨਹੀਂ ਕਰਨਾ, ਇੱਕ ਭਾਵਨਾ ਦੇ ਵਿੱਚ ਇਮੋਸ਼ਨਲ ਹੋ ਕੇ ਕਦੀ ਵਾਅਦਾ ਨਹੀਂ ਕਰਨਾ। ਇਹਨੂੰ ਦੋ ਗੱਲਾਂ ਨੂੰ ਆਪਣੇ ਪੱਲੇ ਵੱਲੋਂ ਤੁਹਾਡੀ ਜ਼ਿੰਦਗੀ ਕਦੀ ਬਰਬਾਦ ਨਹੀਂ ਹੋਵੇਗੀ। ਮੰਨ ਲਓ ਕੋਈ ਇਮੋਸ਼ਨਲ ਹੋ ਕੇ ਤੁਹਾਨੂੰ ਕੋਈ ਗੱਲ ਕਹਿ ਦਿੰਦਾ ਹੈ, ਉਹਦੇ ਨਾਲ ਪੱਕਾ ਵਾਅਦਾ ਨਾ ਕਰੋ। ਕਈ ਵਾਰੀ ਸਾਡੇ ਨਾਲ ਹੁੰਦਾ ਹੈ, ਕਥਾ ਕੀਤੀ, ਸੰਗਤ ਇਮੋਸ਼ਨਲ ਹੋਈ, ਸੰਗਤ ਨੇ ਕਹਿ ਦਿੱਤਾ ਜੀ ਹਰ ਪ੍ਰੋਗਰਾਮ ਤੁਹਾਡਾ। ਮੈਂ ਇੱਥੇ ਛਾਟੇ ਦੇ ਵਿੱਚ ਇਹ ਸ਼ਹੀਦੀ ਦਿਹਾੜੀ 'ਤੇ ਇੱਕ ਵਾਰ ਕਥਾ ਕੀਤੀ, ਛੋਟੇ ਸਾਹਿਬਜ਼ਾਦੇ ਦੇ ਸੰਬੰਧ 'ਚ। ਉਹਨਾਂ ਨੂੰ ਕਥਾ ਬੜੀ ਚੰਗੀ ਲੱਗੀ। ਮੈਨੂੰ ਕਹਿਣ ਲੱਗੇ ਬਾਬਾ ਜੀ ਹਰ ਪ੍ਰੋਗਰਾਮ ਤੁਹਾਡਾ ਹਰ ਸਾਲ। ਮੈਂ ਜੀ ਠੀਕ ਹੈ, ਮੈਨੂੰ ਕੀ ਮਾੜਾ, ਸਾਰੇ ਸਾਲ ਦੇ ਪ੍ਰੋਗਰਾਮ ਬੁੱਕ ਨੇ, ਜਦੋਂ ਵੀ ਸਾਲ ਆਵੇਗਾ ਉਦੋਂ ਇਹ ਦਿਨ ਮੈਂ ਪ੍ਰੋਗਰਾਮ ਕਰਿਆ ਕਰਾਂਗਾ। ਉਹ 2 ਸਾਲ ਹੋਏ ਤੇ ਚਲੋ ਸਮੇਂ ਦੇ ਹਿਸਾਬ ਨਾਲ ਭੇਟਾਂ ਤੇ ਵਧਾਉਣੀ ਸੀ। ਉਹ ਫਿਰ ਉਹਨਾਂ ਨੇ ਕੋਈ ਹੋਰ ਪ੍ਰਚਾਰਕ ਸੱਦ ਲਿਆ। ਮੈਂ ਉਦੋਂ ਹਿਸਾਬ ਲਾਇਆ, ਉਦੋਂ ਕਹਿੰਦੇ ਤੁਸੀਂ ਵਾਅਦਾ ਕੀਤਾ। ਪਰ ਮੇਰੇ ਮਨ 'ਚ ਇਹ ਗੱਲ ਆਈ ਕਿ ਭਲਿਓ ਕਦੀ ਇਮੋਸ਼ਨਲ ਹੋ ਕੇ ਵਾਅਦਾ ਨਹੀਂ ਕਰਨਾ। ਜੇ ਕੋਈ ਕਹਿ ਦਿੰਦਾ ਉਹਨੂੰ ਕਹਿੰਦੇ ਮੈਂ ਸੋਚ ਕੇ, ਮੈਨੂੰ ਸੋਚ ਲੈਣ ਦੇ। ਅਗਲਾ ਕੀ ਕਰਦਾ ਜੀ, ਕਈ ਬੜੇ ਮਾਸਟਰ ਮਾਈਂਡ ਹੁੰਦੇ ਨੇ, ਉਹ ਗੱਲਾਂ ਦੇ ਨਾਲ ਤੁਹਾਡਾ ਦਿਮਾਗ ਬਿਲਕੁਲ ਖਾਲੀ ਕਰਕੇ ਨਾ ਆਪਣਾ ਕੂੜ ਕਬਾੜ ਭਰ ਕੇ ਤੇ ਆਪਣਾ ਕੰਮ ਕਢਵਾ ਜਾਂਦੇ। ਕਈਆਂ ਕੋਲ ਇੰਨੀ ਕੁ ਕਲਾ ਹੁੰਦੀ ਹੈ, ਕਈਆਂ ਦੇ ਸ਼ਬਦਾਂ 'ਚ ਨਾ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ। ਉਹ ਤੁਹਾਡਾ ਦਿਮਾਗ ਬਿਲਕੁਲ ਸੁੰਨ ਕਰ ਦੇਣਗੇ, ਉਹ ਆਪਣੀ ਗੱਲ ਮਨਾ ਜਾਂਦੇ। ਇੱਕ ਇਮੋਸ਼ਨਲ ਹੋ ਕੇ ਕਦੀ ਕਿਸੇ ਨਾਲ ਵਾਅਦਾ ਨਹੀਂ ਕਰਨਾ। ਦੂਸਰਾ, ਕਦੀ ਕ੍ਰੋਧ ਆ ਗਿਆ, ਗੁੱਸਾ ਆ ਗਿਆ, ਤੇ ਗੁੱਸੇ ਦੇ ਵਿੱਚ ਕਦੀ ਵੀ ਕੋਈ ਇਹੋ ਜਿਹਾ ਕਦਮ ਨਹੀਂ ਉਠਾਉਣਾ ਜਿਹਦੇ ਨਾਲ ਤੁਹਾਨੂੰ ਕੋਈ ਮੁਸ਼ਕਲ ਆਵੇ। ਜੇ ਤੁਸੀਂ ਗੁੱਸੇ ਤੇ ਇਮੋਸ਼ਨਲ ਤੇ ਕਾਬੂ ਕਰ ਲਿਆ, ਅੱਧੀ ਪਚੱਧੀ ਜ਼ਿੰਦਗੀ ਬਚ ਜਾਂਦੀ ਹੈ। ਸੋ ਮੈਂ ਜਿਹੜੀ ਗੱਲ ਕਹਿ ਰਿਹਾ ਸੀ, ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਮਨੁੱਖ ਕੀ ਕਰਦਾ ਹੈ? ਸਤਿਗੁਰਾਂ ਦਾ ਅੰਮ੍ਰਿਤ ਬਚਨ ਕਹਿਣ ਲੱਗੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ। ਭਾਂਤ ਦਾ ਅਰਥ ਹੈ ਤਰੀਕੇ। ਕਹਿੰਦੇ ਕੋਈ ਰਾਗੀ ਕੋਈ ਵੇਦਾਂ ਦੇ ਨਾਲ ਗਾ ਰਿਹਾ, ਕੋਈ ਸਿੰਘੀਆਂ ਦੇ ਨਾਲ, ਕੋਈ ਵੱਖੋ ਵੱਖ ਤਰੀਕੇ ਨਾਲ ਰੱਬ ਨੂੰ ਗਾ ਰਿਹਾ ਹੈ। ਗਾਉਣ ਵਾਲੇ ਤੋਂ, ਅਸੀਂ ਬਾਣੀ ਪੜ੍ਹਨ ਵਾਲੇ ਤੋਂ ਕਈ ਵਾਰੀ ਬੜੇ ਪ੍ਰਭਾਵਿਤ ਹੋ ਜਾਂਦੇ ਕਿ ਬੰਦਾ ਬੜਾ ਗੁਰਮੁਖ ਹੈ। ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ, ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬਗ ਪਪੜਾ ਤਾਂ ਜਨਮ ਨਾ ਭੇੜੀ ਅੰਗ। ਇੱਕ ਜਨਮ ਨਾ ਦੇਂਦੀ ਅੰਗ, ਇੱਕ ਜਨਮ ਭੇੜੀ ਅੰਗ। ਕਹਿੰਦੇ ਮੈਂ ਤਾਂ ਸਮਝਿਆ ਸੀ ਵੱਡ ਹੰਸ ਹੈ, ਮੈਂ ਕੋਲ ਚਲੀ ਗਈ, ਜਦੋਂ ਪਤਾ ਲੱਗਾ ਬਗਲਾ ਹੈ ਤੇ ਹੁਣ ਸਾਰੀ ਜ਼ਿੰਦਗੀ ਬਰਬਾਦ ਹੋ ਗਈ, ਹੁਣ ਕੀ ਪੱਲੇ ਪਿਆ। ਅਸੀਂ ਕਈ ਵਾਰੀ ਬਾਹਰੀ ਪੱਖ ਵੇਖ ਕੇ ਮਨੁੱਖ ਦਾ ਉਹ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ। ਸਤਿਗੁਰੂ ਕਹਿੰਦੇ ਨਹੀਂ, ਇਮੋਸ਼ਨਲ ਹੋ ਕੇ ਫੈਸਲਾ ਨਹੀਂ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ
कपट विकार है, हिरदे च तो कूड़ है, हिरदे च कपट है, हिरदे च वल छल धोखा फरेब है। तिन्ना रोए क्या कीजिए, कहते जिन्ने मर्जी अखां तो अथरू सुट देण उन्होंने सुट लैन दिया करो, उन्होंने अथरू कभी सच नहीं जे हुंदे। वो तुहाडा ना काम बनया, वो किसी होर दे अगे अगे जाके अथरू सुट देने। अथरू सुटने किहड़े औखे ने, अजकल बड़े काम सौखे ने। मैं तो एक बारी नाटक की भी गल की, जिहड़े नाटक खेडदे ना, तुसीं प्योर सरों का तेल लैके ना उन्होंने इत्थे अखां दे थल्ले मान लो, तुहाडीआं अखां 'च किन्ना चिर पानी वगदा रहेगा। ये जिहड़े नाटक खेडदे कई इहो ਜਿਹੇ ट्रिक वरतदे ने विच। अथरू सुटने कोई बहुती वड्डी गल नहीं। तुसीं अपने दुख नूं याद करो, हर एक बंदा दुखी, अखां ते उदा भर आउंदियां। सतगुरु कहण लगे तिन्ना रोए क्या कीजै, कहण लगे जिन्हां दे अंदर कूड़ कपट है उन्हां दा गाविया, उन्हां दे पढ़िया होया जे अंदर परमात्मा दे नाल नहीं ना भेजिया, वो किसे फली भूत नहीं होना। कोई गावै रागी नादी बेदी पाओ भांत कर नहीं, हर हर भीजै राम राजे, जिन अंतर कपट विकार है तिन्हां रोए क्या कीजै। हर करता सब कुछ जानदा, सिर रोग हथ दीजै। हुण मनुख नूं मान लो फोड़ा होया है, कोई रोग है, ਉਹਦੇ ਤੇ ਤੁਸੀਂ हथ रख के कह दिओ कि मैनूं कोई दुख नहीं, हथ रखण नाल दुख मिट जाएगा। याद रखियो हथ रखण दे नाल दुख नहीं जे मिटदा, किसी नूं शब्दां दा हेर फेर करन दे नाल अंदर दी बिरती चेंज नहीं हुंदी। हर करता सब कुछ जानदा, कहते वो परमात्मा अंदर दियां जानदा है, वो तेरे अंदर दी वेदना नूं जानदा है। सो मेरे कहण दा भाव जो साडे अंदर है उन्हें एक दिन नूं प्रगट हो जाना। एक मैं इतिहास तो साखी तुहाडे नाल सांझी कर देना। आनंदपुर साहिब की धरती ते संगत आई जी, एक पूरा संघ बन के आया, जिवें पुराने समय संघ बन के जाते सन, ये जिन्हों आप टोला शब्द कह लीए। संगत आई तो जिस वेले आए तो ढोलकियां छाणियां दे नाल शब्द पढ़ते आउंदे ने, तो जो शब्द पढ़ते हैं दे चिमटे ते चिमटा, खड़काला ते खड़काला वजाउंदे ने, ढोलकी वाला वे चंगी हत्त कराउंदा पिया है, तो संगतां उल्ल रुल के कहिंदियां कि पातशाह तेरे तो बिना साडा कोई नहीं। हुण जिहड़े आनंदपुर साहिब दे विच सतगुरां दे कोल सिख बैठे ने, सतगुरां नूं वो सिख कहण लगे दाता जी वेखो किड्डी भावना वाले तुहाडे सिख ने, बड़े प्यार च शब्द पढ़ते हुंदे ने। वो दो चार दिन रहे, हुण दूरों आए सन, 2-4 दिन रहना सी। जो 2-4 दिन रहे, जो भी सतगुरां दे चरनां 'च आउणा कही जाना दाता साडा तेरे तो बिना कोई नहीं, तेरे तो बिना सहारा कोई नहीं, तेरे बिना मर जाएंगे, हो जू जी हो जू, बड़ा कुछ कही जाना। सिखां ने कहा सतगुरु आ जिहड़ा संघ आया ना इहदा बड़ा प्यार है तुहाडे नाल। हुण सतगुरां नूं पता सी जे ये गल स्पष्ट ना कीती गई तो अंदर दुविधा सुखां दे पैदा हो जाएगी भी ये बाहरी भेख नूं वेख के, ये बाहरी बदलाव नूं वेख के ये सोचते पे ने कि शायद अंदर भी इन्हां दे इत्थे मैं विखा देवां कि अंदर किट्ठे टिके हुए ने। सतगुरु कह लगे सिखो तुहानूं एक हुक्म है, जिहड़े पहरेदार सन ना उन्हां नूं कह दिता तुहानूं एक हुक्म है, जदों ये संघ जाण लगे इन्हां नूं जाण ना दिओ, इन्हां नूं क्यों भी गुरु साहिब जाण नहीं दिंदे। हुण इन्हां 2-4 दिन हफ्ता 10 दिन रहे, जिस वेले जाण लगे आग्या मंगी सतगुरां दे कोलों, सिखां ने रोक दिता, कहंदे सतगुरां दी आग्या कोई नहीं, तुहानूं जाण नहीं असीं देना। उन्होंने भी चल होण नहीं जान दिता, शाम नूं जान देणगे। वो शब्द पढ़ते पढ़ते फिर रोई जाए, फिर आखे चलो कोई गल नहीं शाम नूं, जो शामां नूं जान लगे सिखां ने फिर रोक दिता भी तुहानूं गुरु साहिब का प्यार बड़ा है, जे तुहाडा गुरु साहिब नाल प्यार है ना तो गुरु साहिब का तुहाडे नाल बड़ा प्यार। गुरु साहिब कहंदे जान नहीं देना इन्हां नूं किते। वो बेचारे अज वेख घड़ी पल वेख 1-2 दिन वेख सतगुरु जान ना देन, जिस वेले जान ना देन तो होण ते उल्लर उल्लर के रो के कह रहे हैं पातशाह जाना तो नहीं चाहते, नाल ही कहते हैं साडे हुण कारोबार ने, परिवार चेते आए, बच्चे चेते आए, घर बार चेते आया। सतगुरु कह लगे नहीं सिखो तुहाडा इन्ना प्यार है, तुहानूं मैं अपनी खुशी नाल भेजांगा, मैं जान नहीं देना, घर परवाह ना करो। तुसीं कसूते फस गए भी महाराज तो हुण जान नहीं देंदे, असीं ते उल्लर उल्लर के कहने पैसा तेरे तो बिना कोई नहीं, की कीता जावे। इन्हां ने एक फिर सलाह की, वो सलाह ये की कि एक पतला जिहा बंदा लभो, ਉਹਨੂੰ इदां करो, ਉਹਦੀ अर्थी तैयार करो, अर्थी तैयार करके तो ਉਹਨੂੰ आनंदपुर साहिब तो अमृत वेले लै जाओ मोढियां ते चुक के, तो शब्द पढ़ते जाओ। तो जे कोई पूछेगा तो ये कह दिओ पुरानी चढ़ाई कर गया, तो मरे हुए की अर्थी नूं कदी कोई रोकदा नहीं हुंदा। इस बहाने दे नाल आपां गुरु साहिब दे कोलों इत्थों आनंदपुर साहिब तो निकलांगे, उहदा गुरु साहिब ने नहीं जान देना। वेखो किन्नी सियाणप, पहिलां दे अंदर कपट सी, अंदर उलार उलार के कहिंदे ने प्यार जताउंदे ने गुरु साहिब ते, जे सतगुरां ने प्यार जताया कसूते फस गए, हुण सियाणप वरतदे पए ने, चलाकी वरतदे पे ने। इन्हां ने इदां कीता जी, जिस वेले अमृत वेला होया ना, इन्हां ने एक बिबान तैयार किया, उहदे ते एक पतले जे मनुख नूं लम्मे पाता, उत्ते कपड़ा पाता, उहनूं कह दिता कि कोई भी गलबात होवे ना तू कुसकी ना उत्ते चुप करके लेटिया रह। हुण उन्हें एक गल कही भी मैं लेटिया तो रवांगा, पर जे किते खलारा पै गया, कोई गड़बड़ हो गई ना, मैनूं तुसीं बचा लिओ, ये ना होवे जींदे नूं फड़ के लूह देना। ये ना की कीता जी, वो अर्थी तैयार करके आनंदपुर साहिब तो निकल लगे। हुण जिहड़ा चोर हुंदा है ना,
ਉਹ ਆਪਣੇ ਆਪ ਨੂੰ ਕਈ ਵਾਰੀ ਨਾ ਅੱਗੇ ਜਾ ਕੇ ਇਹ ਸਪਸ਼ਟ ਕਰਨ ਦਾ ਯਤਨ ਕਰਦਾ ਵੀ ਮੈਂ ਬੜਾ ਚੰਗਾ ਭਲਾ, ਮੈਂ ਬੜਾ ਦੁੱਧ ਨਾਤਾ ਹੈ। ਤੁਸੀਂ ਵੇਖਿਓ ਜਿਹੜਾ ਜ਼ਿਆਦਾ ਸਪਸ਼ਟੀਕਰਨ ਉਹੀ ਉਹ ਮਨੁੱਖ ਦਿੰਦਾ ਜਿਹੜਾ ਝੂਠਾ ਹੈ। ਸੱਚੇ ਨੂੰ ਤਾਂ ਲੋੜ ਹੀ ਕੋਈ ਨਹੀਂ। ਮੰਨ ਲਓ ਕਿਤੇ ਕੋਈ ਗੜਬੜ ਹੋਈ, ਕੋਈ ਗੱਲਬਾਤ, ਸੱਚੇ ਨੂੰ ਪਤਾ ਹੀ ਨਹੀਂ, ਜਿੰਨੇ ਕੁਛ ਕੀਤਾ ਨਹੀਂ ਉਹਨੂੰ ਪਤਾ ਨਹੀਂ ਗੜਬੜ ਹੋਈ ਕਿ ਨਹੀਂ ਹੋਈ। ਜਿੰਨੇ ਕੁਝ ਕੀਤਾ ਉਹ ਬਾਰ-ਬਾਰ ਕਹੀ ਜਾਵੇ ਕਿ ਨਹੀਂ ਮੈਂ ਤਾਂ ਇੱਦਾਂ ਦਾ ਨਹੀਂ, ਪਤਾ ਨਹੀਂ ਕੌਣ ਕਰ ਗਿਆ। ਇਹਦਾ ਮਤਲਬ ਜਿਹੜਾ ਜ਼ਿਆਦਾ ਸਪਸ਼ਟੀਕਰਨ ਦਿੰਦਾ ਪਿਆ ਨਾ, ਜ਼ਿਆਦਾ ਇਹ ਆਪਣਾ ਸਫਾਈ ਦਿੰਦਾ, ਉਹਨੇ ਕੋਈ ਨਾ ਕੁਝ ਜ਼ਰੂਰ ਗੜਬੜ ਹੈ। ਇਹਨਾਂ ਹੁਣ ਕੀ ਕੀਤਾ, ਮਨ 'ਚ ਸੀ ਚੋਰ ਵੀ ਇਹ ਅਸੀਂ ਇੱਥੋਂ ਨਿਕਲਣਾ ਹੈ, ਅਤੇ ਜੇ ਪਤਾ ਲੱਗ ਗਿਆ ਤਾਂ ਸਤਿਗੁਰੂ ਬਦਨਾਮੀ ਨਾ ਸਾਡੀ ਕਰਨ। ਆਪਾਂ ਇੱਦਾਂ ਕਰਦੇ ਹਾਂ, ਗੁਰੂ ਸਾਹਿਬ ਦੇ ਮਹਿਲਾਂ ਦੇ ਅੱਗੋਂ, ਦਰਬਾਰ ਦੇ ਅੱਗੋਂ ਦੀ ਇਹ ਆਪਣਾ ਵਿਵਾਨ ਕੱਢ ਦਿੰਦੇ ਹਾਂ। ਅਤੇ ਜਿਸ ਵੇਲੇ ਸਤਿਗੁਰਾਂ ਦੇ ਅੱਗੋਂ ਦਰਬਾਰ ਦੇ ਅੱਗੋਂ ਵਿਵਾਨ ਕੱਢਿਆ ਨਾ, ਤੇ ਫਿਰ ਢੋਲਕੀ ਛੈਣਿਆਂ ਦੇ ਨਾਲ ਸ਼ਬਦ ਪੜ੍ਹਦੇ ਜਾਣੀ, ਸੇਵਕ ਕੀ ਓੜਕ ਨਿਭਹੀ, ਪ੍ਰੀਤ ਸੇਵਕ ਕੀ ਓੜਕ ਨਿਭਹੀ। ਹੁਣ ਜਿਸ ਵੇਲੇ ਇਹ ਸ਼ਬਦ ਪੜ੍ਹਿਆ ਤੇ ਇਹ ਮੌਤ ਦੇ ਨਾਲ ਸੰਬੰਧਿਤ ਇਹਦਾ ਰਲਦਾ ਸੀ। ਸਤਿਗੁਰਾਂ ਸਿੱਖਾਂ ਨੂੰ ਕਿਹਾ ਕੀ ਹੋ ਗਿਆ ਸਵੇਰੇ ਸਵੇਰੇ ਬੜੀਆਂ ਢੋਲਕੀਆਂ ਛਾਣੇ, ਕਿਹਦੀ ਓੜਕ ਨਿਭਹੀ ਪ੍ਰੀਤ, ਗੱਲ ਕੀ ਹੈ? ਸਿੱਖਾਂ ਨੇ ਕਿਹਾ ਸਤਿਗੁਰੂ ਉਹ ਜਿਹੜਾ ਸੰਗ ਨੂੰ ਆਪਾਂ ਰੋਕਿਆ ਸੀ ਉਹਨਾਂ ਦਾ ਪ੍ਰਾਣੀ ਕੋਈ ਚੜ੍ਹਾਈ ਕਰ ਗਿਆ। ਸਤਿਗੁਰੂ ਤੇ ਜਾਣੀ ਜਾਣਦੇ ਨਾ। ਸਤਿਗੁਰੂ ਬਾਹਰ ਆਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੋਈ ਨਾ ਕੋਈ ਕਸੂਤਾ ਪੰਗਾ ਪਊ। ਹੁਣ ਗੁਰੂ ਸਾਹਿਬ ਆ ਗਏ। ਗੁਰੂ ਸਾਹਿਬ ਆਣ ਕੇ ਕਹਿੰਦੇ ਵੀ ਭਾਈ ਕੀ ਹੋਇਆ? ਫਿਰ ਰੋ ਰੋ ਕੇ ਉਹ ਆਪਣਾ ਨਾਟਕ ਨਹੀਂ ਛੱਡਿਆ, ਨਾ ਹੀ ਗਲਤੀ ਮੰਨੀ ਆ ਵੀ ਅਸੀਂ ਕੋਈ ਗਲਤੀ ਕਰਕੇ, ਝੂਠ ਤੇ ਝੂਠ, ਇੱਕ ਝੂਠ ਵਰਗ ਉਹਨੂੰ ਲੁਕਾਉਣ ਵਾਸਤੇ ਕਈ ਝੂਠ ਬੋਲਣੇ ਪੈਂਦੇ ਨੇ। ਕਹਿਣ ਲੱਗੇ ਦਾਤਾ ਜੀ ਆ ਸਿੱਖ ਤੁਹਾਡਾ ਬੜਾ ਪਿਆਰਾ ਸੀ, ਚੜ੍ਹਾਈ ਕਰ ਗਿਆ। ਤੇ ਇਹ ਗੱਲ ਕਹਿੰਦਾ ਸੀ, ਇਹ ਨਾਮ ਬਾਣੀ ਦਾ ਬੜਾ ਪੱਕਾ ਸੀ। ਇਹ ਗੱਲ ਕਹਿੰਦਾ ਸੀ ਮੇਰਾ ਸੰਸਕਾਰ ਅੰਮ੍ਰਿਤ ਵੇਲੇ ਕਰਿਓ, ਅਸੀਂ ਇਹਨੂੰ ਪਿੰਡ ਖੜ ਕੇ ਇਹਦਾ ਅੰਮ੍ਰਿਤ ਵੇਲੇ ਸੰਸਕਾਰ ਕਰਨਾ ਹੈ। ਸਤਿਗੁਰੂ ਕਹਿਣ ਲੱਗੇ ਵਾਕਈ ਚੜ੍ਹਾਈ ਕਰ ਗਿਆ, ਬੜਾ ਦੁੱਖ ਹੈ। ਕਹਿੰਦੇ ਸਤਿਗੁਰੂ ਹਾਂ ਤੁਹਾਡਾ ਸਿੱਖ ਬੜਾ ਪੱਕਾ ਸੀ। ਸਤਿਗੁਰੂ ਕਹਿੰਦੇ ਜੇ ਇੰਨਾ ਪਿਆਰਾ ਸਿੱਖ ਸੀ ਨਾ, ਜੇ ਇੱਥੇ ਹੀ ਚੜ੍ਹਾਈ ਕਰ ਗਿਆ ਤੇ ਲਿਆਓ ਇਹਦਾ ਸ਼ੁਭ ਕਾਰਜ ਜਿਹੜਾ ਅੰਤਮ ਸੰਸਕਾਰ ਦਾ ਨਾ ਉਹ ਵੀ ਮੈਂ ਹੀ ਕਰ ਦੇਣਾ, ਆਪਣੇ ਹੱਥੀਂ ਇਹਨੂੰ ਲਾਂਬੂ ਲਾ ਦੇਣਾ। ਇਹਦੇ ਤੇ ਭਾਗ ਹੀ ਬੜੇ ਚੰਗੇ ਨੇ, ਲਾਂਬੂ ਮੈਂ ਲਾ ਦੇਣਾ। ਹੁਣ ਜਿਹੜੇ ਅਨੰਦਪੁਰ ਸਾਹਿਬ ਦੇ ਵਾਸੀ ਨੇ ਉਹ ਕਹਿੰਦੇ ਵੀ ਵਾਕਈ ਬੜੀ ਕਿਸਮਤ ਚੰਗੀ, ਗੁਰੂ ਸਾਹਿਬ ਆਪਣੇ ਹੱਥੀਂ ਸੰਸਕਾਰ ਕਰਨਗੇ। ਜਿਹੜਾ ਉੱਤੇ ਪਿਆ ਉਹਨੇ ਆਵਾਜ਼ ਤੇ ਪਛਾਣ ਲਈ, ਉਹਨੇ ਸਮਝ ਲਿਆ ਵੀ ਮੇਰਾ ਕੰਮ ਹੁਣ ਗੜਬੜ ਹੈ। ਜਦੋਂ ਸਤਿਗੁਰਾਂ ਨੇ ਕਿਹਾ ਮੈਂ ਸੰਸਕਾਰ ਕਰ ਦੇਣਾ, ਉਹਨਾਂ ਥੱਲੇ ਵਾਲੇ ਫਿਰ ਵੀ ਨਹੀਂ ਬਕੇ, ਫਿਰ ਵੀ ਨਹੀਂ ਮਨ 'ਚ ਕਿਹਾ ਵੀ ਅਸੀਂ ਕੋਈ ਗਲਤੀ ਕੀਤੀ, ਮਾਫੀ ਮੰਗ ਲਈਏ। ਉਹ ਚੁੱਪ ਕਰਕੇ ਖਲੋਤੇ ਰਹੇ। ਸਤਿਗੁਰਾਂ ਨੇ ਲੱਕੜਾਂ ਦਾ ਇੰਤਜ਼ਾਮ ਕਰਵਾ ਲਿਆ। ਜਿਸ ਵੇਲੇ ਸਾਰਾ ਕੁਝ ਇੰਤਜ਼ਾਮ ਹੋ ਗਿਆ, ਲੱਕੜਾਂ 'ਤੇ ਪਾ ਕੇ ਜਿਸ ਵੇਲੇ ਉਹਦੇ ਉੱਤੇ ਚਿੱਟਾ ਕੱਪੜਾ ਪਾਇਆ, ਸਤਿਗੁਰੂ ਕਹਿੰਦੇ ਲਿਆਓ ਲਾਂਬੂ ਤਿਆਰ ਕਰ। ਹੁਣ ਲੱਕੜਾਂ ਪਹਿਲਾਂ ਤਿਆਰ ਕਰਕੇ ਉੱਤੇ ਹੋਰ ਪਾਉਣੀਆਂ ਸੀ ਨਾ ਲੱਕੜਾਂ। ਜਿਸ ਵੇਲੇ ਉੱਤੇ ਲੱਕੜਾਂ ਰੱਖਣ ਲੱਗੇ ਤੇ ਉਹ ਵਿਚਾਰਾ ਜਿਹੜਾ ਕੰਬਲ ਉੱਪਰ ਮਾਰ ਕੇ ਤੇ ਉੱਠ ਕੇ ਖੜਾ ਹੋ ਗਿਆ। ਕਹਿਣ ਲੱਗਾ ਮਹਾਰਾਜ ਮੈਂ ਤੇ ਜਿਉਂਦਾ ਭਲਾ, ਕਿਉਂ ਜਿੰਦੇ ਨੂੰ ਸਾੜਨ ਲੱਗੇ ਜੀ? ਸਤਿਗੁਰੂ ਹੱਸ ਪਏ, ਕਹਿਣ ਲੱਗੇ ਇਹ ਕੀ ਜਿਹੜਾ ਸੀ ਕਿਉਂ ਕਰਦੇ ਪਏ ਜੀ? ਇਹ ਸਤਿਗੁਰੂ ਕਹਿਣ ਲੱਗੇ ਮੈਨੂੰ ਪਤਾ ਸੀ ਸਾਰਾ ਕੁਛ, ਫਿਰ ਇਹ ਨਾਟਕ ਕਿਉਂ? ਹੁਣ ਇਹਨਾਂ ਦੇ ਵਿੱਚ ਕਈ ਵਾਰੀ ਨਾ ਬੰਦਾ ਜ਼ਿਆਦਾ ਸਿਆਣਾ ਹੋ ਜਾਂਦਾ। ਮੈਂ ਬੜੀ ਵਾਰੀ ਬੇਨਤੀ ਕੀਤੀ, ਗੁਰੂ ਤੋਂ ਕਦੀ ਅੱਗੇ ਨਹੀਂ ਨਿਕਲਣਾ। ਹੁਣ ਇੱਥੇ ਇੱਕ ਨੇ ਇੱਕ ਜਿਹੜੇ ਆਪਣੇ ਵੱਲੋਂ ਬੜੀ ਸੋਹਣੀ ਸਿਆਣਪ ਵਰਤ ਕੇ ਇੱਕ ਗੱਲ ਕਹੀ। ਕਹਿਣ ਲੱਗਾ ਮਹਾਰਾਜ ਗੁਰੂ ਤੇ ਜਿਹੜਾ ਉਹ ਸਿੱਖ ਦੇ ਪਰਦੇ ਢੱਕਦਾ ਏ, ਤੁਸੀਂ ਸਾਡਾ ਪਰਦਾ ਸਾਰਿਆਂ ਦੇ ਸਾਹਮਣੇ ਨਸ਼ਰ ਕਰ ਦਿੱਤਾ। ਨਾਲੇ ਪੰਕਤੀ ਪੜ੍ਹ ਦਿੱਤੀ, ਸਤਿਗੁਰ ਸਿੱਖਾ ਪਰਦਾ ਢੱਕ ਹੈ, ਗੁਰੂ ਤੇ ਪਰਦੇ ਢੱਕਦਾ ਏ, ਤੁਸੀਂ ਨਸ਼ਰ ਕਰ ਦਿੱਤਾ। ਤੁਸੀਂ ਗੁਰੂ ਕਾਹਦੇ ਹੋਏ? ਉਹ ਨਾਲੇ ਚੋਰ ਨਾਲੇ ਚਤਰ, ਤੇ ਤੁਸੀਂ ਤੇ ਪਰਦਾ ਢੱਕਣਾ ਸੀ। ਚਲੋ ਅਸੀਂ ਗਲਤੀ ਕਰ ਲਈ, ਤੁਸੀਂ ਸਮਰੱਥ ਸੀ, ਬਖਸ਼ ਦਿੰਦੇ, ਸਾਨੂੰ ਜਾਣ ਦਿੰਦੇ। ਸਤਿਗੁਰਾਂ ਨੇ ਜਵਾਬ ਦਿੱਤਾ, ਕਹਿਣ ਲੱਗੇ ਪੁੱਤਰ ਜੇ ਤੁਹਾਨੂੰ ਮੈਂ ਅੱਜ ਜਾਣ ਦਿੰਦਾ ਨਾ, ਤੁਹਾਡੇ ਮਨ ਦੇ ਵਿੱਚ ਇਹ ਵਹਿਮ ਰਹਿ ਜਾਣਾ ਸੀ ਜਿੱਦਾਂ ਦੇ ਅਸੀਂ ਕੂੜ ਕਪਟ ਦੇ ਨਾਲ ਬਲ ਛਲ ਨਾਲ ਭਰੇ ਹੋਏ ਆ, ਗੁਰੂ ਵੀ ਉੱਦਾਂ ਦਾ। ਜੇ ਗੁਰੂ ਸੱਚਾ ਹੁੰਦਾ ਤਾਂ ਸਾਨੂੰ ਫੜ ਕਿਉਂ ਨਾ ਲੈਂਦਾ? ਇੱਕ ਗੱਲ ਯਾਦ ਰੱਖਿਓ, ਕਹਿਣ ਲੱਗੇ ਜੇ ਇਹ ਤੁਹਾਡੇ ਮਨ 'ਚ ਵਹਿਮ ਪੈਦਾ ਹੋ ਜਾਣਾ ਸੀ ਜੇ ਮੈਂ ਨਾ ਫੜ ਕੇ ਤੁਹਾਨੂੰ ਨਸ਼ਰ ਕਰਦਾ, ਇਸ ਕਰਕੇ ਮੈਂ ਤੁਹਾਡਾ ਇਲਾਜ ਕੀਤਾ ਹੈ, ਅੱਜ ਪ੍ਰਗਟ ਤਾਂ ਕੀਤਾ। ਇਹ ਗੱਲ ਮਨ 'ਚ ਕਦੀ ਨਾ ਭੁਲੇਖਾ ਰੱਖਿਓ, ਗੁਰੂ ਸਮਰੱਥ ਹੈ, ਜੋ ਤੁਹਾਡੇ ਅੰਦਰ ਹੈ ਉਹ ਪ੍ਰਗਟ ਹੋ ਕੇ ਸਾਹਮਣੇ ਆਵੇਗਾ। ਇੰਨੇ ਦਿਨ ਹੋ ਗਏ ਤੁਸੀਂ ਉਲਾਰ ਕੇ ਢੋਲਕੀਆਂ ਛਾਣਿਆਂ ਦੇ ਨਾਲ ਪੜ੍ਹ ਰਹੇ ਸੀ, ਮੈਨੂੰ ਪਤਾ ਤੁਹਾਡੇ ਹਿਰਦੇ ਦੇ ਵਿੱਚ ਕੀ, ਕਿਹਨੂੰ ਭੇਖ ਦੇ ਨਾਲ, ਇਹ ਕਿਹਨੂੰ ਵਾਲਾਂ ਛਲਾਂ ਦੇ ਨਾਲ ਠੱਗਦੇ ਪਏ ਜੀ। ਆਖਰ ਸਾਰੇ ਸ਼ਰਮਿੰਦੇ ਹੋਏ। ਉੱਥੇ ਸਤਿਗੁਰਾਂ ਨੇ ਇਹ ਸਿਧਾਂਤ ਦਿੱਤਾ ਸੀ ਕੌਮ ਨੂੰ, ਕਹਿਣ ਲੱਗੇ ਕਦੀ ਵੀ ਬਾਹਰੀ ਭੇਖ ਨੂੰ ਵੇਖ ਕੇ ਕਿਸੇ ਦੇ ਉੱਤੇ ਪ੍ਰਸੰਨ ਨਹੀਂ ਹੋਣਾ। ਉੱਥੇ ਇਹ ਪਾਜ ਉਘੇੜ ਕੇ ਸਤਿਗੁਰਾਂ ਨੇ ਸਾਹਮਣੇ ਰੱਖ ਦਿੱਤਾ। ਇਹ ਇੱਥੇ ਗੁਰੂ ਅੱਜ ਅੰਗਦ ਦੇਵ ਮਹਾਰਾਜ ਜੀ ਕਹਿ ਰਹੇ ਨੇ, ਜੋ ਜੀ ਹੋਏ ਸੋ ਉਗਵੈ। ਮੈਂ ਇਹ ਤਾਂ ਸਾਖੀ ਸਾਂਝੀ ਕੀਤੀ, ਕਈ ਵਾਰੀ ਅੰਦਰ ਕਪਟ ਹੁੰਦਾ ਹੈ, ਅਸੀਂ ਲੋਕਾਂ ਨਾਲ ਕਪਟ ਕਰਦੇ ਕਰਦੇ ਇੰਨੇ ਕੁ ਕਪਟੀ ਬਣ ਜਾਂਦੇ ਹਾਂ, ਗੁਰੂ ਘਰ ਆਣ ਕੇ ਵੀ ਕਪਟ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇੱਥੋਂ ਚਲੋ ਮੈਂ ਸਮਾਪਤੀ ਵਾਲਾ ਵਾਂ। ਇੱਕ ਗੱਲ ਗੁਰਮੁਖੋ ਯਾਦ ਰੱਖਿਓ, ਜਿਹੜਾ ਮਨੁੱਖ ਕੌੜਾ ਬੋਲਦਾ ਹੈ ਨਾ, ਠੀਕ ਹੈ ਕੌੜਾ ਬੋਲ ਕੇ ਜਿੰਨਾ ਮਰਜ਼ੀ ਕਹੀ ਜਾਵੇ ਮੈਂ ਬੋਲਣਾ ਨਹੀਂ ਸੀ ਚਾਹੁੰਦਾ, ਇੱਕ ਗੱਲ ਯਾਦ ਰੱਖਿਓ ਉਹਦੇ ਅੰਦਰ ਕਿਤੇ ਨਾ ਕਿਤੇ ਨਫ਼ਰਤ ਦਾ ਬੀਜ ਪਿਆ ਹੋਇਆ ਹੈ। ਤੁਸੀਂ ਸਾਹਮਣੇ ਆ ਕੇ ਪਾਣੀ ਦੇਤਾ, ਉਹ ਪੁੰਗਰ ਪਿਆ। ਜਿਹਦੇ ਅੰਦਰ ਕੌੜਾ ਬੀਜ ਨਹੀਂ, ਉਹ ਕੌੜਾ ਨਹੀਂ ਬੋਲੇਗਾ।
मैं हुणे उदाहरण दी। एक देसी जिहा साडे वर्गा अनपढ़ अंग्रेजी कित्थों मारेगा जो कभी ABC नहीं पढ़ी थे। जो जी होवे जो जी होए सो उगवे, जो अंदर है उही प्रगट होएगा। सतगुरु कह लगे मोह का कहिया वाओ। हुण कई वारी इहो ਜਿਹੇ शब्द बोलता, क्योंकि ये श्लोक अगे चलना है नाल आने दोस्ती। हुण कौड़े बोल बोलन दे नाल कई वारी बड़ी गूढ़ी मित्रता टुट जाती है। सतगुरु कह लगे जो मित्रता टुटती है फिर अगों कहता है मोह का कहिया वाओ। हुण कहता मैं तो एक भुलेखे ना कह बैठा तो मैं तो कहना नहीं सी चाहता। सतगुरु कहते हुण जिन्नियां मर्जी दलीलां दई जा सारियां व्यर्थ ने। अगे कहन लगे बीजे बिख मंगै अमृत वेखो यह न्याओ। सतगुरु कहते बीज का जहर है मंगदा पिया अमृत है, ये कित्थों का इंसाफ है। सो यदी पंक्ति की विचार आपां कल नूं सांझी करांगे। समय की समाप्ति होईयां भुलां गलतियां दी खिमा। आओ पावन पंक्तियां का जाप सरवण करके समाप्ति करिए। जो जी होए सो उगवै मोह का कहिया वाओ। बीजे बिख मंगै अमृत वेखो यह न्याओ। वाहिगुरु जी का खालसा वाहिगुरु जी की फतेह।